बहुत मुनाफे वाला काम है साडे चैलेंज है वा लाख रुपया कोल होवे ते ठीक 5 महीने बाद असी 2 लाख रुपया उन्होंने करके देंगे बेशक कोई बंदा साडे नाल आके तामन कर ले ਤੁਹਾਡੇ ਨਾਲ ਅਗਰ ਕੋਈ ਚਾਹੁੰਦਾ ਹੈ ਕਿ ਤੁਹਾਡੇ ਨਾਲ ਸ਼ਰਾਕਤਦਾਰੀ ਕਰ ਲੇ जी ਤੇ ਤੁਸੀਂ ਉਹਨੂੰ ਸ਼ਾਮਲ ਕਰ ਲਓ ਦੇ इंशाल्लाह उन्होंने डबल पैसे 5 महीने दे विच साडा दावा असी उन्होंने जितनी रकम लाया था इंशाल्लाह डबल पैसे होंगे संत माशाल्लाह काम बहुत पायदार है सुनते रसूल है सब तो वड्डी गल जिहड़ी है ते बहुत फायदेमंद है इस दे वास्ते इंसान दी नीयत ठीक होवे ते अल्लाह पाक करम करदा बड़ी सोहनी रोटी कमाई जांदी है थण सोहने होण बकरी दे सिंग नारे होण पूछल छोटा होवे जी नक कुड्डा होवे ते साडी ओ मोहतबेर बकरी अजड़ च गिनी जांदी भाजी सब तो पहली तो गल ये वे साडे भाई जेड़े ने ना बाहर यूरोपां विचों आउंदे ने वेख के माहौल यूरोप दा वो आके इत्थे फार्म बनांदे ने जी फार्म बना के उस दे विच मुलाजम रख लेंदे ने वासी मुलाजम रख लिया पहलां ते उन्हां लोकां नूं माल खरीदण दा ढंग नहीं हुंदा ਜਿਹੜਾ ਮਾਲ ਖਰੀਦਦੇ ਨੇ ਜਿਹੜਾ ਬੰਦਾ ਉਹਨਾਂ ਨਾਲ ਰੱਖਿਆ ਹੁੰਦਾ ਉਹ ਪਹਿਲੇ ਹੀ ਅਗਲੇ ਨਾਲ ਰਲਿਆ ਉਹਨਾਂ ਦੀ ਸਾਲ ਦੀ ਪ੍ਰੋਫਿਟ ਖਾ ਜਾਂਦਾ ਜੇ ਸਫੈਦ ਕੱਪੜੇ ਪਾ ਕੇ ਤੇ ਬਾਹਰ ਬਹਿ ਕੇ ਸਿਰਫ ਸਭ ਅੱਛੇ ਦੀ ਰਿਪੋਰਟ ਹੈ ਤੇ ਸਾਡੀ ਰਿਕੁਐਸਟ ਹੈ ਉਹਨਾਂ ਭਰਾਵਾਂ ਅੱਗੇ ਉਹ ਇਹ ਫਾਰਮ ਵਾਲਾ ਕੰਮ ਬਿਲਕੁਲ ਨਾ ਸ਼ੁਰੂ ਕਰਨ ਅਗਰ ਕੋਈ ਬੱਕਰੀ ਸਰਦੀਆਂ ਦੇ ਵਿੱਚ ਸੂੰਦੀ ਹੈ ਉਹਨੂੰ ਜ਼ੋਰ ਦਾ ਮਸਲਾ ਹੋ ਜਾਂਦਾ ਹੈ ਤੇ ਮੇਰੀ ਭਰਾਵਾਂ ਅੱਗੇ ਰਿਕੁਐਸਟ ਹੈ ਉਸ ਨੂੰ ਟੀਕਾ ਲਾਉਣ ਲੈਕਸਨ ਔਰ ਬੂਟਾਡੀਨ ये 2 टीके लान इंशाल्लाह जोर जड़ी है बकरी जल्दी तो जल्दी सट दे। अस्सलाम वालेकुम। वालेकुम अस्सलाम जी। सर की हाल है? जी भाईजान ठीक ठाक अल्लाह दा शुक्र। जनाब दा की नाम है? मेरा नाम मजर इकबाल। मजर साहब किस इलाके तो तलक जे? मेरा जिला गुजरात तहसील गुजरात गांव माजरा थाना कन्याह। ਤੇ ਸਰ ਤੁਸੀਂ ਕਿੰਨੇ ਸਾਲਾਂ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪਏ ਤੇ ਇਹ ਕੰਮ ਕਿੰਜ ਦਾ ਤੁਸੀਂ ਇਸ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? सर सब तो पहली गल ये वाह मेरी अपनी खुद मैट्रिक तलीम है फर्स्ट डिवीजन 526 नंबर है मेरा साइंस नाल जी माशाअल्लाह ते ये पहले मेरे दादा साहब ने रखियां सी उस तो बाद मेरे वालिद साहब ने उस तो बाद तकरीबन 15 साल का अरसा हो गया वा मैं भी रखियां ने जी जी संत माशाल्लाह काम बहुत पायदार है सुनते रसूल है सब तो वड्डी गल जिहड़ी है ते बहुत फायदेमंद है इस दे वास्ते इंसान दी नीयत ठीक होवे ते अल्लाह पाक करम करदा बड़ी सोहनी रोटी कमाई जांदी है। माशाअल्लाह जी माशाअल्लाह ਤੁਸੀਂ ਪੜ੍ਹੇ ਲਿਖੇ ਹੋ ਤੇ ਇਸ ਕੰਮ ਨੂੰ ਬੜੇ ਅੱਛੇ ਤਰੀਕੇ ਨਾਲ ਕਰਦੇ ਹੋ ਪਏ ਤੇ ਇਸ ਕੰਮ 'ਚ ਕਾਮਯਾਬ ਹੋ ਇਨਸ਼ਾਅੱਲਾ। ਇਸ ਤੋਂ ਪਹਿਲੇ ਮੈਂ ਜਿੰਨੇ ਵੀ ਦੋਸਤ ਦੇਖੇ ਨੇ ਜਿਹੜੇ ਬੱਕਰੀਆਂ ਪਾਲਣ ਵਾਲੇ ਨੇ ਜ਼ਿਆਦਾਤਰ ਅਨਪੜ੍ਹ ਹੁੰਦੇ ਨੇ ਲੇਕਿਨ ਮਾਸ਼ਾਅੱਲਾ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਸ ਕੰਮ ਦਾ ਇੰਤਖਾਬ ਕਿਉਂ ਕੀਤਾ ਸੀ? ਸਾਰੇ ਸਾਡਾ ਇੱਕ ਕਿਸਮ ਦਾ ਮਾਦਰੀ ਕੰਮ ਹੈ ਜੀ ਸਾਡੇ ਵਾਲਿਦ ਸਾਹਿਬ ਨੇ ਵੀ ਇਸ ਦੇ ਵਿੱਚ ਬਹੁਤ ਕਮਾਇਆ ਹੈ ਅੱਗੋਂ ਅਸੀਂ ਵੀ ਇਨਸ਼ਾਅੱਲਾ ਇਹਨਾਂ ਵਿੱਚ ਬਹੁਤ ਫਾਇਦਾ ਹਾਸਲ ਪੇ ਕਰਨੇ ਆ ਮਾਸ਼ਾਅੱਲਾ ਜੀ ਤੇ ਇਸ ਵਜ੍ਹਾ ਤੋਂ ਕਰਕੇ ਕੋਈ ਦੂਸਰਾ ਇਹ ਵੇਵਾ ਅਸੀਂ ਦੀ ਕਿ ਬੱਕਰੀਆਂ ਪਛਾਣ ਨੇ ਸਾਡੀ ਤਕਰੀਬਨ 80 ਸਾਲ ਤੋਂ ਜੀ ਜੀ ਪੂਰੇ ਪੰਜਾਬ ਦੇ ਵਿੱਚ ਸਾਡਾ ਮਾਜਰੇ ਦਾ ਇੱਕ ਨਾਂ ਹੈ ਵਾ ਮਾਜਰੇ ਬੱਕਰੀਆਂ ਚੰਗੀਆਂ ਨੇ ਤੇ ਬੱਕਰੇ ਚੰਗੇ ਨੇ ਜੀ ਉਸ ਵਜ੍ਹਾ ਤੋਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਅਸੀਂ ਫਿਰ ਇਹ ਆਪਣਾ ਜਿਹੜਾ ਕੰਮ ਹੈ ਮਾਦਰੀ ਇਹਨੂੰ ਨਹੀਂ ਛੱਡਿਆ। ਜ਼ਿੰਦਾਬਾਦ ਯਾਨੀ ਕਿ ਤੁਹਾਡੀ ਪਹਿਚਾਣ ਹੈ ਤੁਹਾਡਾ ਨਾਮ ਹੈ ਤੇ ਤੁਸੀਂ ਉਸ ਚੀਜ਼ ਨੂੰ ਬਰਕਰਾਰ ਰੱਖਿਆ ਹੈ ਇਨਸ਼ਾਅੱਲਾ ਰੱਖਾਂਗੇ ਵੀ ਇਨਸ਼ਾਅੱਲਾ। ਸਰ ਨਾਂ ਬਣਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਤੁਸੀਂ ਜ਼ਿਕਰ ਕੀਤਾ ਕਿ ਪੂਰੇ ਪੰਜਾਬ 'ਚ ਬੱਕਰੀਆਂ ਤੇ ਬੱਕਰੀਆਂ ਦੀ ਵਜ੍ਹਾ ਤੋਂ ਨਾਮ ਹੈ ਜੀ ਫਿਰ ਦੱਸੋ ਹਾਂ ਦੋਸਤਾਂ ਨੂੰ ਜਿਹੜੀ ਚੰਗੀ ਬੱਕਰੀ ਹੈ ਜਿਹੜਾ ਚੰਗਾ ਬੱਕਰਾ ਹੈ ਉਹ ਕਿੰਜ ਆਮ ਆਦਮੀ ਪਹਿਚਾਨੇ ਦਾ ਉਹ ਆਪਣਾ ਅਗਰ ਨਾਂ ਬਣਾਉਣਾ ਚਾਹੁੰਦਾ ਤੇ ਕਿੰਜ ਨਾਂ ਬਣਾਏ ਦਾ? ਭਾਜੀ ਸਭ ਤੋਂ ਤੇ ਪਹਿਲੀ ਗੱਲ ਇਹ ਹਰ ਬੱਕਰੀ ਆਪਣੇ ਆਪਣੇ ਇਲਾਕੇ ਵਿੱਚ ਜਿਹੜੀ ਹੈ ਨਾ ਉਹ ਸੋਹਣੀ ਲੱਗਦੀ ਹੈ ਮਸਲਨ ਫੈਸਲਾਬਾਦ ਦੀ ਬੱਕਰੀ ਜਿਹੜੀ ਹੈ ਉਹ ਫੈਸਲਾਬਾਦ ਦੇ ਇਲਾਕੇ 'ਚ ਹੋਵੇ ਉਸ ਦੀ ਉੱਥੇ ਮਾਰਕੀਟ ਹੈ ਸ਼ੇਰੇ ਰੰਗ ਦੀ ਬੱਕਰੀ ਜਿਹੜੀ ਹੈ ਉਹ ਗੁਜਰਾਤ 'ਚ ਹੋਵੇ ਤੇ ਉਹਦੀ ਗੁਜਰਾਤ ਵਿੱਚ ਮਾਰਕੀਟ ਹੈ ਜੀ ਬਾਕੀ ਮੱਖੀ ਚੀਨੀ ਬੱਕਰੀ ਹੈ ਉਹ ਚਿਸ਼ਤੀਆਂ ਮਦਰਸਾ ਯਾਨੀ ਕਿ ਬਾਵਲ ਨਗਰ ਵਾਲੀ ਸਾਈਡ ਤੇ ਉਸ ਦਾ ਆਪਣਾ ਮਕਾਮ ਹੈ ਠੀਕ ਹੈ ਤੇ ਸਾਡੇ ਇੱਥੇ ਸਭ ਤੋਂ ਬਿਹਤਰ ਜਿਹੜੀ ਬੱਕਰੀ ਸਮਝੀ ਜਾਂਦੀ ਹੈ ਉਹ ਸ਼ੇਰੇ ਰੰਗ ਦੀ ਹੁੰਦੀ ਹੈ ਸ਼ੇਰੀ ਪੱਲੀ ਥਣ ਸੋਹਣੇ ਹੋਣ ਬੱਕਰੀ ਦੇ ਸਿੰਘ ਨਾਰੇ ਹੋਣ ਪੂਛਲ ਛੋਟਾ ਹੋਵੇ ਜੀ ਨੱਕ ਕੁੱਡਾ ਹੋਵੇ ਤੇ ਸਾਡੀ ਉਹ ਮੋਹਤਬੇਰ ਬੱਕਰੀ ਅਜੜ 'ਚ ਗਿਣੀ ਜਾਂਦੀ
ਜ਼ਿੰਦਾਬਾਦ ਜ਼ਿੰਦਾਬਾਦ। ਬੜੀਆਂ ਸੋਹਣੀਆਂ ਗੱਲਾਂ ਦੱਸਦੇ ਹੋ ਪਏ ਤੁਸੀਂ ਸਰ। ਜ਼ਿਕਰ ਕੀਤਾ ਕਿ ਇਸ ਕੰਮ 'ਚ ਕਮਾਈ ਬੜੀ ਏ। ਜੀ ਜੀ। ਅਸੀਂ ਪਹਿਲੇ ਵੀਡੀਓ ਬਣਾਈਆਂ ਨੇ, ਦੋਸਤ ਜਿਹੜੇ ਆ ਕੰਮ ਕਰਨਾ ਚਾਹੁੰਦੇ ਨੇ, ਪੁਰਾਣੇ ਜਿਹੜੇ ਦੋਸਤ ਨੇ ਉਹ ਵਾਕਈ ਬੜੀ ਕਮਾਈ ਕਰਦੇ ਨੇ, ਲੇਕਿਨ ਜਿਹੜੇ ਵੇਖਣ ਵਾਲੇ ਨੇ ਬਾਜ਼ ਔਕਾਤ ਕਹਿੰਦੇ ਨੇ ਕਿ ਇੰਨੀ ਕਮਾਈ ਨਹੀਂ ਹੈ। ਤੁਸੀਂ ਹੁਣ ਦੋਸਤਾਂ ਨੂੰ ਦੱਸਣਾ ਹੈ ਕਿ ਇਸ ਕੰਮ 'ਚ ਤੁਸੀਂ ਕਿੰਨਾ ਕਮਾਉਂਦੇ ਹੋ ਤੇ ਕਿੰਜ ਕਮਾਉਂਦੇ ਹੋ। ਭਾਜੀ ਸਭ ਤੋਂ ਪਹਿਲੀ ਤੇ ਗੱਲ ਇਹ ਵੇ, ਸਾਡੇ ਭਾਈ ਜਿਹੜੇ ਨੇ ਨਾ ਬਾਹਰ ਯੂਰਪਾਂ ਵਿੱਚੋਂ ਆਉਂਦੇ ਨੇ, ਵੇਖ ਕੇ ਮਾਹੌਲ ਯੂਰਪ ਦਾ, ਉਹ ਆ ਕੇ ਇੱਥੇ ਫਾਰਮ ਬਣਾਉਂਦੇ ਨੇ ਜੀ। ਫਾਰਮ ਬਣਾ ਕੇ ਉਸ ਦੇ ਵਿੱਚ ਮੁਲਾਜ਼ਮ ਰੱਖ ਲੈਂਦੇ ਨੇ। ਵਾਸੀ ਮੁਲਾਜ਼ਮ ਰੱਖ ਲਿਆ। ਪਹਿਲਾਂ ਤੇ ਉਹਨਾਂ ਲੋਕਾਂ ਨੂੰ ਮਾਲ ਖਰੀਦਣ ਦਾ ਢੰਗ ਨਹੀਂ ਹੁੰਦਾ। ਜਿਹੜਾ ਮਾਲ ਖਰੀਦਦੇ ਨੇ, ਜਿਹੜਾ ਬੰਦਾ ਉਹਨਾਂ ਨਾਲ ਰੱਖਿਆ ਹੁੰਦਾ, ਉਹ ਪਹਿਲੇ ਹੀ ਅਗਲੇ ਨਾਲ ਰਲੇ ਆ, ਉਹ ਉਹਨਾਂ ਦੀ ਸਾਲ ਦੀ ਪ੍ਰਾਫਿਟ ਖਾ ਜਾਂਦਾ ਜੀ। ਸਾਡਾ ਉਹਨਾਂ ਭਰਾਵਾਂ ਵਾਸਤੇ ਖਾਸ ਤੌਰ ਤੇ ਪੈਗਾਮ ਹੈ ਵਾ, ਉਹ ਜਿਸ ਟਾਈਮ ਮਾਲ ਖਰੀਦਣ ਕਿਸੇ ਪੁਰਤਮਾਦ ਇਨਸਾਨ ਨੂੰ ਨਾਲ ਲੈ ਕੇ ਤੇ ਮਾਲ ਖਰੀਦਣ, ਤੇ ਫਿਰ ਮਾਲ ਦੇ ਬਾਰੇ ਖੁਦ ਮਾਲੂਮਾਤ ਰੱਖਣ ਭਾਈ ਇਹ ਬੱਕਰੀ ਲੰਗੀ ਹੋ ਗਈ ਹੈ, ਇਸ ਨੂੰ ਟੀਕਾ ਲੱਗਣ ਵਾਲਾ ਜਾਂ ਇਸ ਦਾ ਥਣ ਖਰਾਬ ਹੋ ਗਿਆ, ਇਹਨੂੰ ਵੇਖ ਕੇ ਕੀ ਇਹਨੂੰ ਦੇਣਾ ਜਾਂ ਇਹਨੂੰ ਹੋਇਆ ਕੀ ਜੀ। ਉਹ ਜੇ ਸਫੈਦ ਕੱਪੜੇ ਪਾ ਕੇ ਤੇ ਬਾਹਰ ਬਹਿ ਕੇ ਸਿਰਫ ਸਭ ਅੱਛੇ ਦੀ ਰਿਪੋਰਟ ਹੈ, ਤੇ ਸਾਡੀ ਰਿਕੁਐਸਟ ਹੈ ਉਹਨਾਂ ਭਰਾਵਾਂ ਅੱਗੇ, ਉਹ ਇਹ ਫਾਰਮ ਵਾਲਾ ਕੰਮ ਬਿਲਕੁਲ ਨਾ ਸ਼ੁਰੂ ਕਰਨ ਜੀ। ਜ਼ਿੰਦਾਬਾਦ। ਕੱਪੜੇ ਵੀ ਗੰਦੇ ਹੋ ਜਾਂਦੇ ਨੇ, ਇਹਨਾਂ ਦੇ ਵਿੱਚ ਬੜਿਆ ਸਮੈਲ ਵੀ ਆਉਂਦੀ ਹੈ, ਸਾਰਾ ਕੰਮ ਹੁੰਦਾ ਜੀ। ਠੀਕ ਹੈ। ਤੇ ਸਾਡੀ ਉਹਨਾਂ ਭਰਾਵਾਂ ਵਾਸਤੇ ਖਾਸ ਕਰਕੇ ਰਿਕੁਐਸਟ ਹੈ, ਫਾਰਮ ਬਣਾਉਣ ਇਨਸ਼ਾਅੱਲਾ। ਬਹੁਤ ਮੁਨਾਫੇ ਵਾਲਾ ਕੰਮ ਹੈ ਸਾਡੇ। ਇਹ ਚੈਲੰਜ ਹੈ ਵਾ ਲੱਖ ਰੁਪਈਆ ਕੋਲ ਹੋਵੇ ਤੇ ਠੀਕ 5 ਮਹੀਨੇ ਬਾਅਦ ਅਸੀਂ 2 ਲੱਖ ਰੁਪਈਆ ਉਹਨੂੰ ਕਰਕੇ ਦਿਆਂਗੇ। ਬੇਸ਼ੱਕ ਕੋਈ ਬੰਦਾ ਸਾਡੇ ਨਾਲ ਆ ਕੇ ਤਾਮਨ ਕਰ ਲੇ। ਤੁਹਾਡੇ ਨਾਲ ਅਗਰ ਕੋਈ ਚਾਹੁੰਦਾ ਹੈ ਕਿ ਤੁਹਾਡੇ ਨਾਲ ਸ਼ਰਾਕਤਦਾਰੀ ਕਰ ਲੇ ਜੀ, ਤੇ ਤੁਸੀਂ ਉਹਨੂੰ ਸ਼ਾਮਲ ਕਰ ਲਓ ਦੇ ਇਨਸ਼ਾਅੱਲਾ। ਉਹਨੂੰ ਡਬਲ ਪੈਸੇ 5 ਮਹੀਨੇ ਦੇ ਵਿੱਚ ਸਾਡਾ ਦਾਵਾ ਸੀ, ਉਹਨੂੰ ਜਿਤਨੀ ਰਕਮ ਲਾਇਆ ਦਾ ਇਨਸ਼ਾਅੱਲਾ ਡਬਲ ਪੈਸੇ ਹੋਣਗੇ। ਮਾਸ਼ਾਅੱਲਾ। ਯਾਨੀ ਕਿ ਤੁਸੀਂ ਤਾਂ ਪੂਰੇ ਇਸ ਕੰਮ ਦੇ ਖਿਲਾੜੀ ਹੋ ਤੇ ਬੜਾ ਸੋਹਣਾ ਮਸ਼ਵਰਾ ਦਿੱਤਾ ਹੈ ਕਿ ਅਗਰ ਖਰੀਦਦਾਰੀ ਕਰਨੀ ਹੈ ਤਾਂ ਕੋਈ ਇਤਮਾਦ ਵਾਲਾ ਜਿਹੜਾ ਆਦਮੀ ਹੈ ਉਹਨੂੰ ਲੈ ਕੇ ਜਾਓ। ਤੇ ਦੋਸਤਾਂ ਨੂੰ ਦੱਸੋ ਹਾਂ ਕਿ ਜਦੋਂ ਖਰੀਦਦਾਰੀ ਕਰੀਦੀ ਏ ਉਦੋਂ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਦਾ ਹੈ ਤਾਂ ਕਿ ਜਾਨਵਰ ਅੱਛਾ ਮਿਲੇ ਤੇ ਮੁਨਾਸਬ ਕੀਮਤ ਵਿੱਚ ਮਿਲੇ। ਭਾਜੀ ਸਭ ਤੋਂ ਤੇ ਪਹਿਲਾਂ ਜਦੋਂ ਵੀ ਜਾਨਵਰ ਲਈਏ ਉਹਦੀ ਏਜ ਵੇਖਣੀ ਚਾਹੀਦੀ ਹੈ। ਬੁੱਢਾ ਜਾਨਵਰ ਕਦੀ ਵੀ ਨਾ ਖਰੀਦੋ। ਦੂਸਰਾ, ਜੇ ਤੁਸੀਂ ਗੁਜਰਾਤ 'ਚ ਫਾਰਮ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਗੁਜਰਾਤ ਦੀ ਨਸਲ ਦੀ ਬੱਕਰੀ ਲੈ ਕੇ ਪਾਲੋ, ਨਾ ਕਿ ਪੱਖਰ ਲਈਏ ਵਾਲੀਆਂ ਉਹ ਚਿੱਟੀਆਂ ਮੋਨੀਆਂ ਜਿਹੜੀਆਂ ਨੇ ਉਹ ਲੈ ਕੇ ਤੁਸੀਂ ਪਾਲੋ। ਉਹਨਾਂ ਦਾ ਕੋਈ ਫਾਇਦਾ ਨਹੀਂ ਜੇ। ਬਿਲਕੁਲ ਆਬੋ-ਹਵਾ ਦਾ ਬਹੁਤ ਫਰਕ ਹੁੰਦਾ ਹੈ। ਜਿਸ ਟਾਈਮ ਉਧਰ ਦੀ ਆਬੋ-ਹਵਾ ਖੁਸ਼ਕ ਹੈ, ਸਾਡੀ ਆਬੋ-ਹਵਾ ਤਾਰੇ ਜੀ ਜੀ ਜੀ। ਉਹ ਸਰ ਜਿਸ ਟਾਈਮ ਉੱਥੋਂ ਆਉਂਦੀਆਂ ਨੇ, ਉਹ ਇੱਧਰ ਦੀ ਆਬੋ-ਹਵਾ ਉਹਨਾਂ ਨੂੰ ਲੱਗਦੀ ਹੈ ਤੇ ਉਹ ਬਿਮਾਰ ਹੋ ਜਾਣੀਆਂ ਨੇ, ਉਹ ਰਕਮ ਰੁੜ ਜਾਂਦੀ ਸਾਰੀ ਜੀ। ਜਿਨ੍ਹਾਂ ਭਰਾਵਾਂ ਜਿਹੜੇ ਇਲਾਕੇ ਫਾਰਮ ਬਣਾਉਣਾ, ਉਸ ਇਲਾਕੇ ਦਾ ਮਾਲ ਖਰੀਦਣ ਤੇ ਮਾਲ ਲਵਾ ਖਰੀਦਣ, ਪਹਿਲਣ ਦੂਜਣ ਪਾਠੇ, ਬੁੱਢੀ ਬੱਕਰੀ ਬਿਲਕੁਲ ਨਾ ਖਰੀਦਣ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਵੇਖੋ ਨਾ ਸੋਹਣੀਆਂ ਗੱਲਾਂ ਦੱਸਦੇ ਹੋ ਨਾ ਪਏ, ਦਿਲ ਵੀ ਖੁਸ਼ ਹੁੰਦਾ ਪਿਆ। ਖਰੀਦਦਾਰੀ ਜਦੋਂ ਕਰ ਲੈਣ ਤੇ ਉਸ ਤੋਂ ਬਾਅਦ ਫਿਰ ਕੀ ਕਰਨ? ਉਸ ਤੋਂ ਬਾਅਦ ਸਭ ਤੋਂ ਤੇ ਪਹਿਲਾਂ ਉਹਨਾਂ ਨੂੰ ਰੱਖਣ ਵਾਸਤੇ ਜਗ੍ਹਾ ਦਾ ਮੁਨਾਸਬ ਇੰਤਜ਼ਾਮ ਹੋਵੇ, ਜਿਸ ਦੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਠੰਡੀ ਹੋਵੇ, ਸਰਦੀਆਂ ਦੇ ਮੌਸਮ ਵਿੱਚ ਗਰਮ ਹੋਵੇ ਜੀ। ਬਾਕੀ ਉਹਨਾਂ ਨੂੰ ਖੁਰਾਕ ਦਾ ਜਿਹੜਾ ਹੈ, ਸਾਡੇ ਬਾਤੇ ਭਰਾ ਜਿਹੜੇ ਨੇ ਉਹ ਫਾਰਮ ਬਣਾ ਕੇ ਕਦੀ ਮਕਈ ਕੁੱਤਰ ਕੇ ਪਾਉਂਦੇ ਨੇ, ਕਦੀ ਕਮਾਦ ਕੁੱਤਰ ਕੇ ਪਾਉਂਦੇ ਨੇ। ਇਹ ਬਿਲਕੁਲ ਬੱਕਰੀ ਵਾਸਤੇ ਮੁਨਾਸਬ ਨਹੀਂ ਜੀ। ਤੇ ਬੱਕਰੀ ਵਾਸਤੇ ਫਿਰ ਮੁਨਾਸਬ ਕੀ ਹੈ? ਬੱਕਰੀ ਵਾਸਤੇ ਮੁਨਾਸਬ ਇਹ ਵੇ ਖੁਸ਼ਕ ਚਾਰਾ ਤੇ ਜਾਂ ਤੂੜੀ ਉਸ ਦੇ ਵਿੱਚ ਦਾਣਾ ਹੋਵੇ ਰਲਿਆ, ਉਹ ਖੁਰਲੀਆਂ ਬਣੀਆਂ ਲੱਕੜ ਦੀਆਂ ਜਾਂ ਦੂਸਰੀਆਂ, ਉਹਨਾਂ ਦੇ ਵਿੱਚ ਉਸ ਨੂੰ ਪਾਣਾ ਚਾਹੀਦਾ। ਤੇ ਬੱਕਰੀ ਦੇ ਵਾਸਤੇ ਸਭ ਤੋਂ ਮੇਨ ਚੀਜ਼ ਹੈ ਡਾਲੀ, ਕਿੱਕਰ ਦੀ ਹੋਵੇ ਜਾਂ ਬੇਰ ਦੀ ਹੋਵੇ, ਜਿਸ ਚੀਜ਼ ਦਾ ਮੌਸਮ ਹੋਵੇ। ਸਰਦੀਆਂ ਦਾ ਮੌਸਮ ਹੈ, ਉਹਨਾਂ ਅੱਗੇ ਪਿੱਪਲ ਪਾਓ, ਸ਼ਰੀਫ ਪਾਓ ਨੇ ਜੀ। ਜੇ ਗਰਮੀਆਂ ਦਾ ਮੌਸਮ ਹੈ ਤੇ ਉਹਨਾਂ ਦੇ ਅੱਗੇ ਤਰੇਕ ਸ਼ਰੇਕ ਤੂਤ ਲਾ ਕੇ ਪਾਓ ਨੇ ਜੀ। ਉਹਦੇ ਨਾਲ ਉਹਨਾਂ ਦਾ ਨਿਜ਼ਾਮ ਜਿਹੜਾ ਬਿਲਕੁਲ ਠੀਕ ਰਹਿੰਦਾ, ਨਾ ਕਿ ਤੂੜੀ ਦਾਣਾ ਖਵਾ ਕੇ ਵੀ ਉਹ ਵੀ ਆਂਦਰਾਂ ਦੇ ਵਿੱਚ ਬਹਿ ਜਾਂਦਾ। ਉਸ ਦੇ ਨਾਲ ਵੀ ਭਾਰੂ ਜਿਹੜਾ ਨਾ ਉਹ ਨਿਲ ਹੋ ਜਾਂਦਾ ਜੀ। ਤੇ ਵੈਸੇ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਸਿਰਫ ਚਾਰਦੇ ਹੋ ਜਾਂ ਕਿ ਕੁਝ ਮਹੀਨੇ ਇਹਨਾਂ ਦੀ ਕੋਈ ਅਲੱਗ ਸੇਵਾ ਵੀ ਕਰਦੇ ਹੋ? ਨਹੀਂ ਭਾਜੀ, 3 ਮਹੀਨੇ ਜਿਹੜੇ ਨੇ ਦਸੰਬਰ, ਜਨਵਰੀ ਔਰ ਫਰਵਰੀ, ਇਹ 3 ਮਹੀਨੇ ਜਿਹੜੇ ਨੇ ਇਹਨਾਂ ਦੇ ਵਾਸਤੇ ਅਸੀਂ ਕਨੈਕਸ਼ਨ ਗੱਡੀ ਹੁੰਦੀ ਹੈ ਜੀ, ਰਿਜਕਾ ਕੱਢਿਆ, ਉਹ ਇਹਨਾਂ ਦੇ ਅੱਗੇ ਪਾਈਦਾ ਜੇ। ਬਾਕੀ ਜਿਹੜੇ ਨੇ 9 ਮਹੀਨੇ ਉਹ ਬਾਹਰ ਹੀ ਚੁਗਦੀਆਂ ਨੇ, ਜੰਗਲ ਵਿੱਚ ਜੜੀ ਬੂਟੀਆਂ ਪਈਆਂ ਖਾਣੀਆਂ ਨੇ ਜਾਂ
ਲੱਕੜੀ ਛਕੜੀ ਪਈਆਂ ਖਾਣ। ਠੀਕ ਹੈ। ਇਹ 3 ਮਹੀਨੇ ਤੁਸੀਂ ਕਿਹਾ ਗੰਦਮ ਤੇ ਹੋਰ ਦੂਸਰਾ ਲਫ਼ਜ਼ ਕੀ ਲਿਆ ਜੇ ਰਿਜਕਾ? ਜੀ। ਉਹ ਕੀ ਚੀਜ਼ ਹੈ? ਬਰਸਨ। ਅੱਛਾ ਬਰਸਨ ਸਟਾਲਾ ਜੀ ਸਟਾਲਾ। ਠੀਕ ਹੈ। ਤੇ ਸਰਦੀਆਂ ਚ ਇਹਨਾਂ ਨੂੰ ਬਿਮਾਰੀ ਕਿਹੜੀ ਹੁੰਦੀ ਹੈ? ਕੋਈ ਦੇਸੀ ਇਲਾਜ ਵੀ ਦੱਸੋ, ਮਾਸ਼ਾਅੱਲਾ ਤੁਸੀਂ ਕਾਫੀ ਤਜਰਬਾਕਾਰ ਹੋ। ਭਾਜੀ ਇਹਨਾਂ ਨੂੰ ਸਰਦੀਆਂ ਵਿੱਚ ਸਭ ਤੋਂ ਤਾਂ ਪਹਿਲਾਂ ਇਹ ਵਾ ਬੁਖਾਰ ਹੋਣੇ ਦਾ ਖਦਸ਼ਾ ਹੁੰਦਾ, ਉਹ ਵੀ ਹੁਣ ਇਹਨਾਂ ਮਹੀਨਾ ਵਿੱਚ ਨਵੰਬਰ ਤੇ ਦਸੰਬਰ ਦੇ ਵਿੱਚ ਜੀ। ਇਹ ਜਿਸ ਟਾਈਮ ਤਰੇਲ ਦੇ ਵਿੱਚ ਬਾਹਰ ਬੈਠੀਆਂ ਰਹਿੰਦੀਆਂ ਨੇ ਤੇ ਗਰਮ ਸਰਦ ਹੋ ਜਾਂਦੀਆਂ ਨੇ, ਉਸ ਦੀ ਵਜ੍ਹਾ ਤੋਂ ਇਹਨਾਂ ਨੂੰ ਬੁਖਾਰ ਹੋ ਜਾਂਦਾ। ਮੇਰੀ ਭਰਾਵਾਂ ਅੱਗੇ ਰਿਕੁਐਸਟ ਹੈ, ਜਿਨ੍ਹਾਂ ਰੱਖੀਆਂ ਨੇ ਉਹ ਸ਼ਾਮ ਨੂੰ ਸੌਣ ਲੱਗਿਆ ਇਹਨਾਂ ਨੂੰ ਸਾਏ ਦੇ ਥੱਲੇ ਕਰਨ, ਸੁਬਾਹ ਫਜਰ ਟਾਈਮ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਏ ਜੀ। ਤੇ ਜੇ ਅੱਲਾ ਨਾ ਕਰੇ ਬਿਮਾਰ ਹੋ ਜਾਂਦੀ ਹੈ ਕੋਈ ਬੱਕਰੀ, ਉਸ ਨੂੰ ਬੁਖਾਰ ਹੋ ਜਾਂਦਾ ਹੈ ਤੇ ਉਸ ਨੂੰ ਟ੍ਰਾਈਬਰਸਨ ਟੀਕਾ ਹੈ ਜੀ ਬੁਖਾਰ ਵਾਲਾ ਜੀ, ਉਹ 3 ਸੀਸੀ ਇਸ ਨੂੰ ਲਾਣਾ ਹੈ। ਅੱਲਾ ਪਾਕ ਕਰਮ ਕਰੇ ਤਾਂ ਬੁਖਾਰ ਦੂਰ ਹੋ ਜਾਏਗਾ ਮਾਸ਼ਾਅੱਲਾ ਜੀ। ਦੂਸਰਾ ਇਹ ਵੇ ਸਰਦੀਆਂ ਦੇ ਵਿੱਚ ਹਮਲਾ ਹੀ ਜ਼ਿਆਦਾ ਬਿਮਾਰੀਆਂ ਸਰਦੀਆਂ ਵਿੱਚ ਕਰਦੀਆਂ ਨੇ, ਗਰਮੀਆਂ ਵਿੱਚ ਇਹਨਾਂ ਤੇ ਹਮਲਾ ਨਹੀਂ ਹੁੰਦਾ ਬਿਮਾਰੀ ਦਾ, ਸਰਦੀਆਂ ਵਿੱਚ ਹੁੰਦਾ। ਤੇ ਸਰਦੀਆਂ ਵਿੱਚ ਭਰਾਵਾਂ ਨੂੰ ਚਾਹੀਦਾ ਇਹ ਨਾਲ ਖਾਸ ਧਿਆਨ ਰੱਖਣ ਭਾਈ, ਜੇ ਇਹਨਾਂ ਨੂੰ ਰੇਸ਼ਾ ਨਜ਼ਲਾ ਜ਼ੁਕਾਮ ਲੱਗ ਗਿਆ ਹੈ, ਉਹ ਠੰਡ ਦੀ ਵਜ੍ਹਾ ਤੋਂ ਲੱਗਦਾ ਹੈ, ਉਸ ਦੇ ਵਾਸਤੇ ਨਾਰੋ ਬਿਆਨ ਟੀਕੇ ਨੇ, ਉਹ ਇਹਨਾਂ ਨੂੰ ਲਾਣ। ਜਾਂ ਲੰਗੀਆਂ ਸ਼ੰਗੀਆਂ ਹੋ ਗਈਆਂ ਨੇ, ਡਿਕਲੋਰਾਨ ਟੀਕਾ ਦਰਦ ਵਾਲਾ ਉਹ ਲਾਣ। ਅਗਰ ਕੋਈ ਬੱਕਰੀ ਸਰਦੀਆਂ ਦੇ ਵਿੱਚ ਸੂੰਦੀ ਹੈ, ਉਹਨੂੰ ਜ਼ੋਰ ਦਾ ਮਸਲਾ ਹੋ ਜਾਂਦਾ ਹੈ, ਤੇ ਮੇਰੀ ਭਰਾਵਾਂ ਅੱਗੇ ਰਿਕੁਐਸਟ ਹੈ ਉਸ ਨੂੰ ਟੀਕਾ ਲਾਣ, ਲੈਕਸਨ ਔਰ ਬੂਟਾਡੀਨ, ਇਹ 2 ਟੀਕੇ ਲਾਣ। ਇਨਸ਼ਾਅੱਲਾ ਜ਼ੋਰ ਜਿਹੜੀ ਹੈ ਬੱਕਰੀ ਜਲਦੀ ਤੋਂ ਜਲਦੀ ਸੱਟ ਦੇਣ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਤੇ ਆਖਰੀ ਸਵਾਲ ਹੈ ਸਰ, ਜਿਹੜੇ ਦੋਸਤ ਆ ਵੀਡੀਓ ਦੇਖਦੇ ਨੇ ਪਏ ਉਹ ਵੀ ਇਹ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਐਸਾ ਮਸ਼ਵਰਾ, ਐਸੀ ਗੱਲ ਦੱਸ ਦਿਓ ਜਿਹੜੀ ਸਦਕਾ ਜਾਰੀਆ ਬਣ ਜੇ ਤੇ ਉਹ ਨੁਕਸਾਨ ਤੋਂ ਬਚ ਜਾਣ। ਭਾਜੀ ਮੈਂ ਪਹਿਲੇ ਵੀ ਗੱਲ ਦੱਸੀ ਹੈ ਵਾ, ਜਿਹੜੇ ਭਰਾ ਪੇ ਕਾਰੋਬਾਰ ਕਰਦੇ ਨੇ ਜਾਂ ਕਰਨਾ ਚਾਹੁੰਦੇ ਨੇ, ਮੇਰੀ ਉਹਨਾਂ ਭਰਾਵਾਂ ਅੱਗੇ ਰਿਕੁਐਸਟ ਹੈ ਵਾ, ਅਸਲ ਆਮਦਨ ਦਾ ਦਾਰੋਮਦਾਰ ਹੁੰਦਾ ਚੀਜ਼ ਦੀ ਖਰੀਦ ਉੱਤੇ ਜੀ। ਅਗਰ ਚੀਜ਼ 10 ਰੁਪਏ ਦੀ ਹੈ, ਤੁਸੀਂ ਪਹਿਲੇ ਹੀ 15 ਰੁਪਏ ਦੀ ਖਰੀਦ ਲਈਏ ਤੇ ਉਹ ਫਿਰ ਬਾਅਦ ਦੇ ਵਿੱਚ 6-7 ਮਹੀਨੇ ਸਾਂਭੋ ਦੇ, ਫਿਰ ਉਹ 15 ਰੁਪਏ ਦੀ ਹੋਵੇਗੀ। ਤੁਸੀਂ ਜੇ ਆਪੂ ਨਹੀਂ ਪਤਾ ਕਿਸੇ ਪੁਰਤਮਾਦ ਇਨਸਾਨ ਨੂੰ ਨਾਲ ਲੈ ਕੇ ਮਾਲ ਖਰੀਦੋ, ਖਰੀਦ ਕੇ ਫਿਰ ਉਹਨਾਂ ਦੀ ਦੇਖਭਾਲ ਕਰੋ ਤੇ ਇਨਸ਼ਾਅੱਲਾ ਬਹੁਤ ਫਾਇਦੇਮੰਦ ਕੰਮ ਹੈ, ਬਹੁਤ ਜ਼ਿਆਦਾ। ਨਾਲੇ ਇਹ ਸੁਨਨਤ ਹੈ ਸਰਕਾਰ ਦੀ ਵੀ, ਸਰਕਾਰ ਦਾ ਫਰਮਾਨ ਹੈ ਵਾ, ਜਿਸ ਦਿਨ ਤੇਰੇ ਕੋਲ ਗਰੀਬੀ ਹੋ ਜਾਂਦੀ ਹੈ ਤੂੰ ਕੋਈ ਬੱਕਰੀ ਪਾਲ ਲੈ, ਅੱਲਾਹ ਪਾਕ ਤੇਰੀ ਤੰਗੀ ਦੂਰ ਕਰ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਕੋਈ ਜਾਨਵਰ ਵੀ ਸੇਲ ਕਰਦੇ ਹੋ ਅਗਰ ਕੋਈ ਦੋਸਤ ਲੈਣਾ ਚਾਹੁੰਦਾ ਹੈ? ਭਾਜੀ ਅਸੀਂ ਇੱਕ ਤੇ ਬੱਕਰੀਆਂ ਸ਼ੌਕ ਤੋਂ ਰੱਖੀਆਂ ਨੇ, ਜ਼ਿਆਦਾ ਆਮਦਨ ਦਾ ਸਾਨੂੰ ਐਡਾ ਕੋਈ ਨਹੀਂ, ਵਾ ਸ਼ੌਕ ਅਸੀਂ ਆਪਣੇ ਵਾਸਤੇ ਰੱਖੀਆਂ ਨੇ। ਜੇ ਕੋਈ ਭਰਾ ਜ਼ਿੱਦ ਕਰੇ ਤਾਂ ਫਿਰ ਵਿੱਚੋਂ ਦੇ ਦਈਏ, ਨਹੀਂ ਤੇ ਦੁੱਧ ਦਾ ਕਾਰੋਬਾਰ ਹੈ, ਦੁੱਧ ਵੇਚਨੇ ਆ। ਸਾਡੀ ਇੱਕ ਬੱਕਰੀ ਤਕਰੀਬਨ 5-6 ਲੀਟਰ ਦੁੱਧ ਦੇ ਦਿੰਦੀ ਹੈ ਮਾਸ਼ਾਅੱਲਾ ਜੀ। ਪੱਕੀ ਗੱਲ ਹੈ? ਪੱਕੀ ਸ਼ਰਤੀਆ ਗੱਲ ਹੈ, ਜਿਸ ਨੂੰ ਨਾ ਤਬਾਰ ਹੋਵੇ ਬੇਸ਼ੱਕ ਵੇਖ ਲਿਆ ਆ ਕੇ ਚੋ ਕੇ ਇਨਸ਼ਾਅੱਲਾ ਦਿਆਂਗੇ ਉਸਨੂੰ 3 ਲੀਟਰ ਸਵੇਰ ਔਰ 3 ਲੀਟਰ ਸ਼ਾਮ ਨੂੰ। ਮਾਸ਼ਾਅੱਲਾ। ਤਾਂ ਅੱਜ ਕੱਲ ਵੀ ਬੱਕਰੀਆਂ ਨਾ ਦੁੱਧ ਦੇ ਰਹੀਆਂ ਨੇ ਜਾਂ ਅੱਜ ਕੱਲ ਘੱਟ ਦੇ ਰਹੀਆਂ ਨੇ? ਜੀ ਅੱਜ ਕੱਲ ਵੀ ਦੇ ਰਹੀਆਂ ਨੇ, ਜਿਹੜੀਆਂ ਬੱਕਰੀਆਂ ਸੂਈਆਂ ਨੇ ਵਿੱਚ ਉਹਨਾਂ ਨੂੰ ਥੱਲੇ ਇਸ ਟਾਈਮ ਹੀ ਦੁੱਧ ਹੈ। ਠੀਕ ਹੈ। ਤੇ ਜਨਾਬ ਦਾ ਰਾਬਤਾ ਨੰਬਰ ਕੀ, ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ? ਸਰ ਮੇਰਾ ਰਾਬਤਾ ਨੰਬਰ ਹੈ 0349 ਜੀ 46 44 972। ਜੀ ਸਰ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।